ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡਾ ਆਪਣਾ ਮੇਜਰ ਸਿੰਘ ਪੰਜਾਬੀ ਤੇ ਅੱਜ ਕੇਂਦਰੀ ਸਿੰਘ ਸਭਾ ਦੇ ਵਿੱਚ ਸਰਦਾਰ ਨਿਰੰਜਨ ਸਿੰਘ ਸਾਥੀ ਜੀ ਦੀ ਜਿਹੜੀ ਹੈ ਕਿ ਜੀਵਨ ਦੇ ਉੱਪਰ ਗੱਲਬਾਤ ਹੋਈ ਹੈ, ਜਿਹੜੀਆਂ ਉਹਨਾਂ ਵੱਲੋਂ ਕਿਤਾਬਾਂ ਲਿਖੇ ਗਏ ਆ ਉਹਦੇ ਉੱਪਰ ਜਿਹੜੀ ਗੱਲਬਾਤ ਕੀਤੀ ਗਈ ਹੈ। ਤੇ ਸਾਡੇ ਨਾਲ ਇਸ ਵਕਤ ਮੌਜੂਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ। ਅਸੀਂ ਉਹਨਾਂ ਕੋਲੋਂ ਜਾਣਾਂਗੇ ਕਿ ਉਹਨਾਂ ਦਾ ਸਾਥੀ ਜੀ ਦੇ ਨਾਲ ਕਿਸ ਤਰ੍ਹਾਂ ਮੇਲ ਹੋਇਆ ਸੀਗਾ ਤੇ ਸਾਥੀ ਦੇ ਬਾਰੇ ਉਹ ਕੀ ਕੁਝ ਜਾਣਦੇ ਨੇ। ਪ੍ਰਿੰਸੀਪਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸਾਹਿਬ, ਦੇਖਿਆ ਜਾਂਦਾ ਕਿ ਸਿੱਖ ਕੌਮ ਦਾ ਇਤਿਹਾਸ ਮਾਣਮੱਤਾ ਬਹੁਤ ਵੱਡਾ ਇਤਿਹਾਸ ਹੈ, ਪਰ ਉਸ ਟਾਈਮ ਬੜੀ ਨਿਰਾਸ਼ਤਾ ਆਉਂਦੀ ਹੈ ਜਦੋਂ ਇਹ ਇਤਿਹਾਸ ਖੁੰਝ ਜਾਂਦਾ ਆ, ਸਮੇਂ ਦੇ ਬਰਾਬਰ ਨਹੀਂ ਚੱਲਦਾ। ਸਮੇਂ ਦਾ ਹਾਣੀ ਨਾ ਹੋਣ ਕਰਕੇ ਜਿਹੜੀ ਸਿੱਖ ਨੌਜਵਾਨੀ ਆ ਉਹ ਆਪਣੇ ਇਤਿਹਾਸ ਤੋਂ ਬਹੁਤ ਦੂਰ ਚਲੀ ਜਾਂਦੀ ਆ, ਗੁਰਬਾਣੀ ਤੋਂ ਬਹੁਤ ਦੂਰ ਚਲੀ ਜਾਂਦੀ ਆ। ਇਸੇ ਤਰ੍ਹਾਂ ਨਿਰੰਜਨ ਸਿੰਘ ਸਾਥੀ ਜੀ ਜਿਨ੍ਹਾਂ ਦਾ ਅੱਜ ਇੱਥੇ ਇੱਕ ਦਿਨ ਮਨਾਇਆ ਗਿਆ, ਉਹਨਾਂ ਦੇ ਜੀਵਨ ਦੇ ਉੱਪਰ ਜਿਹੜੀ ਗੱਲਬਾਤ ਕੀਤੀ ਗਈ ਆ। ਸੋ ਇਹ ਸਾਰਾ ਕਿਉਂ ਹੁੰਦਾ ਹੈ, ਕੀ ਕਾਰਨ ਹੈ ਕਿ ਸਿੱਖ ਕੌਮ ਸਭ ਤੋਂ ਉੱਪਰ ਹੋਣ ਦੇ ਬਾਵਜੂਦ ਸਭ ਤੋਂ ਪਿੱਛੇ ਰਹਿ ਜਾਂਦੀ ਆਪਣੇ ਇਤਿਹਾਸ ਨੂੰ ਸਿਰਜਣ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਲੀਗੜ੍ਹ ਯੂਨੀਵਰਸਿਟੀ ਦੇ ਪ੍ਰੋਫੈਸਰ ਹਬੀਬ ਜੀ ਨੇ ਇੱਕ ਗੱਲ ਲਿਖੀ ਹੈ, ਸਿੱਖਾਂ ਨੇ ਇਤਿਹਾਸ ਬਣਾਇਆ ਜ਼ਰੂਰ ਹੈ ਪਰ ਲਿਖਿਆ ਆਪ ਨਹੀਂ। ਉਹਨਾਂ ਦੀ ਇੱਕੋ ਗੱਲ ਤੋਂ ਦੋ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ। ਇੱਕ ਪਾਸੇ ਸਾਡੇ ਗੌਰਵਮਈ ਇਤਿਹਾਸ ਦਾ ਪੱਖ ਹੈ ਕਿ ਉਹਦੇ ਬਰਾਬਰ ਦਾ ਇਤਿਹਾਸ, ਸਿੱਖ ਕੌਮ ਦੇ ਬਰਾਬਰ ਦਾ ਇਤਿਹਾਸ ਕਿਸੇ ਕੌਮ ਦੇ ਪਾਸ ਨਹੀਂ ਹੈ। ਅਤੇ ਦੂਜਾ ਪੱਖ ਜਿਹੜਾ ਹੈ, ਇਤਿਹਾਸ ਨੂੰ ਲਿਖਣ ਪੱਖੋਂ ਸਾਡੀ ਹਮੇਸ਼ਾ ਹੀ ਜਿਹੜੀ ਹੈ ਉਹ ਨੀਤੀ ਠੀਕ ਨਹੀਂ ਰਹੀ। ਸਿੱਖ ਇਤਿਹਾਸ ਦਰਅਸਲ ਲਿਖਿਆ ਹੈ ਤਾਂ ਤਿੰਨ ਕਿਸਮ ਦੇ ਲੋਕਾਂ ਨੇ ਲਿਖਿਆ, ਜਿਨ੍ਹਾਂ ਵਿੱਚ ਜਾਂ ਤਾਂ ਮੁਸਲਮਾਨ ਲਿਖਾਰੀਆਂ ਨੇ ਇਤਿਹਾਸ ਲਿਖਿਆ, ਜਾਂ ਹਿੰਦੂ ਲਿਖਾਰੀਆਂ ਨੇ, ਅਤੇ ਜਾਂ ਅੰਗਰੇਜ਼ ਲਿਖਾਰੀਆਂ ਨੇ ਲਿਖਿਆ। ਇਹ ਤਿੰਨੇ ਹੀ ਕੌਮਾਂ ਜਿਹੜੀਆਂ ਹੈ ਉਹ ਸਿੱਖ ਇਤਿਹਾਸ ਦੇ ਨਾਲ ਲਿਖਣ ਵਿੱਚ, ਭਾਵੇਂ ਕੁਛ ਇਤਿਹਾਸਕਾਰਾਂ ਨੇ ਬਹੁਤ ਚੰਗਾ ਵੀ ਲਿਖਿਆ ਹੈ, ਪਰ ਇਨਸਾਫ ਨਹੀਂ ਕਰ ਸਕੀਆਂ ਤਿੰਨਾਂ ਕੌਮਾਂ ਦੇ ਲਿਖਾਰੀ, ਕਿਉਂਕਿ ਹਮੇਸ਼ਾ ਇਹਨਾਂ ਦੇ ਨਾਲ ਟਕਰਾਅ ਚੱਲਦਾ ਰਿਹਾ। ਅਤੇ ਟਕਰਾਅ ਵੀ ਸਿੱਖ ਕੌਮ ਦਾ ਜਿਹੜਾ ਹੈ ਕੋਈ ਨਿੱਜੀ ਜਾਇਦਾਦ ਵਾਸਤੇ, ਕੋਈ ਜਰ ਜੋਰੂ ਜ਼ਮੀਨ ਵਾਸਤੇ ਨਹੀਂ, ਬਲਕਿ ਗੁਰੂ ਤੇਗ ਬਹਾਦਰ ਜੀ ਨੇ ਜੋ ਗੱਲ ਅਬਦੁਲ ਵਹਾਬ ਬੋਹਰਾ ਕਾਜੀ ਨੂੰ ਕਹੀ ਸੀ, ਜਦੋਂ ਉਹਨੇ ਪੁੱਛਿਆ ਸੀ ਸੱਚੇ ਪਾਤਸ਼ਾਹ ਪਹਿਲੇ ਜਾਮੇ ਵਿੱਚ ਅਸੀਂ ਜੰਝੂ ਲਾ ਕੇ ਤੁਹਾਡੀ ਮਦਦ ਕਰਨਾ ਚਾਹੁੰਦੇ ਸਾਂ, ਪਹਿਲੇ ਜਾਮੇ ਵਿੱਚ ਤੁਸੀਂ ਜੰਝੂ ਪਹਿਨਣ ਤੋਂ ਨਾ ਕਰ ਦਿੱਤੀ ਸੀ, ਅਤੇ ਹੁਣ ਨੌਵੇਂ ਜਾਮੇ ਦੇ ਵਿੱਚ ਅਸੀਂ ਤੁਹਾਡੀ ਮਦਦ ਕਰਨੀ ਚਾਹੁੰਦੇ ਸਾਂ ਅਤੇ ਤੁਸੀਂ ਪਹਿਲੇ ਜਾਮੇ 'ਚ ਜੰਝੂ ਦੇ ਖਿਲਾਫ ਅੜ ਗਏ, ਹੁਣ ਅਸੀਂ ਤੁਹਾਡੀ ਮਦਦ ਕਰਨੀ ਚਾਹੁੰਦੇ ਹਾਂ ਅਤੇ ਹੁਣ ਵੀ ਤੁਸੀਂ ਜੰਝੂ ਦੇ ਪੱਖ 'ਚ ਆ ਗਏ। ਅਤੇ ਸੱਚੇ ਪਾਤਸ਼ਾਹ ਨੇ ਆਖਿਆ ਸੀ, ਕਾਜ਼ੀ ਅਬਦੁਲ ਵਹਾਬ ਬੋਹਰਾ, ਸਾਡਾ ਜੰਝੂ ਦੇ ਨਾਲ ਨਾ ਕੋਈ ਵਿਰੋਧ ਹੈ, ਸਾਡਾ ਵਿਰੋਧ ਜਿਹੜਾ ਹੈ ਜ਼ਬਰ ਅਤੇ ਜ਼ੁਲਮ ਦੇ ਨਾਲ ਹੈ। ਸੋ ਜ਼ਬਰ ਅਤੇ ਜ਼ੁਲਮ ਨਾਲ ਲੜਨ ਵਾਲੀ ਕੌਮ ਦੇ ਹਮੇਸ਼ਾ ਹੀ ਸਾਰੇ ਸ਼ਾਸਕ ਵਿਰੋਧੀ ਹੋਈ ਰਹੇ ਹੈ। ਪੁਜਾਰੀ ਜਾਤ ਹਮੇਸ਼ਾ ਹੀ ਸਿੱਖ ਕੌਮ ਦੇ ਖਿਲਾਫ ਭੁਗਤੀ, ਔਰ ਕਲਮ ਜਿਹੜੀ ਉਹਨਾਂ ਲੋਕਾਂ ਕੋਲੇ ਹੁੰਦੀ ਸੀ। ਇਹੋ ਹੀ ਕਾਰਨ ਸੀ ਸਾਡੇ ਇਤਿਹਾਸ ਨੂੰ ਬਹੁਤ ਹੀ ਗਲਤ ਢੰਗ ਦੇ ਨਾਲ ਲਿਖਣ ਵੇਲੇ ਸਾਡੇ ਨਾਲ ਬੇਇਨਸਾਫੀ ਕੀਤੀ। ਪੂਰਾ ਇਤਿਹਾਸ ਗੁਰਬਾਣੀ ਦੇ ਮੁਤਾਬਕ ਨਹੀਂ ਲਿਖਿਆ ਜਾ ਸਕਿਆ। ਜਿੱਥੋਂ ਤੱਕ ਸਿੱਖ ਲਿਖਾਰੀਆਂ ਦਾ ਸੰਬੰਧ ਹੈ, ਉਹਦੇ ਵਿੱਚ ਵੀ ਅਸੀਂ ਸਿੱਖ ਲਿਖਾਰੀ ਪੈਦਾ ਹੀ ਨਹੀਂ ਕਰ ਸਕੇ, ਕਿਉਂਕਿ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਖਾਲਸਾ ਰਾਜ ਤੱਕ ਟਾਈਮ ਹੀ ਨਹੀਂ ਮਿਲ ਸਕਿਆ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ, ਬੰਦ ਕੱਟੇ ਗਏ, ਖੋਪਰੀਆਂ ਲਾਹੀਆਂ ਗਈਆਂ, ਕਈ ਵਾਰ ਐਲਾਨ ਕੀਤੇ ਗਏ ਸਿੱਖ ਕੌਮ ਨੇ ਇਸ ਤੋਂ ਨਾਬੂਦ ਕਰ ਦਿੱਤੀ ਗਈ ਹੈ। ਸਿੱਖ ਇਤਿਹਾਸ ਘੜਦੇ ਹੀ ਰਹਿ ਗਏ, ਪਰ ਲਿਖਣ ਦਾ ਟਾਈਮ ਹੀ ਨਹੀਂ ਲੱਗਿਆ। ਇਹੀ ਕਾਰਨ ਸੀ ਆਪਣੀ ਹੋਂਦ ਅਤੇ ਜ਼ਾਲਮ ਅਤੇ ਜ਼ੁਲਮ ਨਾਲ ਟੱਕਰ ਲੈਣ ਲਈ ਸਿੱਖ ਬਾਹਰ ਚਲੇ ਗਏ, ਪੰਜਾਬ ਨੂੰ ਛੱਡ ਕੇ ਜੰਗਲਾਂ ਬੀਆਬਾਨਾਂ ਰਾਜਸਥਾਨਾਂ ਵਿੱਚ ਉੱਥੇ ਪਹੁੰਚ ਗਏ। ਅਤੇ ਸਾਡੇ ਗੁਰਦੁਆਰਿਆਂ ਦੇ ਵਿੱਚ ਆ ਕੇ ਸਾਡੇ ਭਾਈਆਂ ਨੇ ਜਿਨ੍ਹਾਂ ਦੀ ਖਾਤਰ ਲੜਿਆ ਜਾ ਰਿਹਾ ਸੀ, ਸਿੱਖਾਂ ਵਾਲੀਆਂ ਸ਼ਕਲਾਂ ਧਾਰਨ ਕਰਕੇ ਜੋ ਇਤਿਹਾਸ ਲਿਖਿਆ, ਉਹਨਾਂ ਦਾ ਸਾਰਾ ਹੀ ਜ਼ੋਰ ਇਸ ਗੱਲ 'ਤੇ ਲੱਗ ਗਿਆ ਕਿ ਸਿੱਖ ਕੋਈ ਵੱਖਰੀ ਕੌਮ ਨਹੀਂ, ਸਿੱਖ ਸਾਡੇ ਵਿੱਚੋਂ ਹੀ ਪੈਦਾ ਹੋਏ ਹਨ। ਔਰ ਸਿੱਖਾਂ ਦਾ ਇਤਿਹਾਸ ਲਿਖਣ ਵੇਲੇ ਉਹਨਾਂ ਨੇ ਸਾਨੂੰ ਆਪਣਾ ਹਿੱਸਾ ਬਣਾਉਣ ਵਾਸਤੇ ਗੁਰਬਾਣੀ ਸਿਧਾਂਤਾਂ ਨੂੰ ਵੀ ਤਰੋੜ ਮਰੋੜ ਕੇ ਔਰ ਗੁਰਬਾਣੀ ਸਿਧਾਂਤਾਂ ਦੇ ਖਿਲਾਫ ਇਤਿਹਾਸ ਲਿਖ ਕੇ ਸਾਡੇ ਅੱਗੇ ਪਰੋਸ ਦਿੱਤਾ। ਕੋਈ ਵਿਰਲੇ ਟਾਵੇਂ ਸਰਦਾਰ ਕਰਮ ਸਿੰਘ ਜੀ ਹਿਸਟੋਰੀਅਨ ਵਰਗੀਆਂ ਸ਼ਖਸੀਅਤਾਂ, ਭਾਈ ਕਾਹਨ ਸਿੰਘ ਜੀ ਨਾਭਾ ਵਰਗੇ, ਗਿਆਨੀ ਦਿੱਤ ਸਿੰਘ ਜੀ, ਪ੍ਰੋਫੈਸਰ ਗੁਰਮੁਖ ਸਿੰਘ ਜੀ, ਜੋ ਸਿੰਘ ਸਭਾ ਦੀ ਲਹਿਰ ਦੀ ਦੇਣ ਸਨ, ਉੱਦਾਂ ਦੇ ਵਿਦਵਾਨ ਸਾਨੂੰ ਮਿਲੇ। ਉਸ ਲੜੀ ਦੇ ਵਿੱਚ ਹੀ ਨਾਂ ਆਏ
ਸਰਦਾਰ ਨਿਰੰਜਨ ਸਿੰਘ ਜੀ ਸਾਥੀ ਦਾ, ਜਿਨ੍ਹਾਂ ਦੇ ਨਾਲ ਮੇਰਾ ਮਿਲਾਪ ਵੀ 25 ਸਾਲ ਪਹਿਲਾਂ ਉਦੋਂ ਹੋਇਆ ਜਦੋਂ ਨੂਰਪੁਰ ਬੇਦੀ ਤਹਿਸੀਲ ਦੇ ਵਿੱਚ ਪਿੰਡ ਕਟਾਸਪੁਰ ਵਿਖੇ ਉਹਨਾਂ ਨੇ ਬਾਬਾ ਸੰਗਤ ਸਿੰਘ ਜੀ ਦੀ ਯਾਦਗਾਰ ਕਾਇਮ ਕੀਤੀ ਔਰ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ, ਜਿੱਥੇ ਹਰ ਸਾਲ ਦਸੰਬਰ ਦੇ ਮਹੀਨੇ ਵਿੱਚ ਬਾਬਾ ਸੰਗਤ ਸਿੰਘ ਜੀ ਦੀ ਯਾਦਗਾਰ ਮਨਾਈ ਜਾਂਦੀ ਹੈ। ਬਸ ਉਸ ਤੋਂ ਬਾਅਦ ਲਗਾਤਾਰ ਹਰ ਸਾਲ ਜਿਹੜਾ ਹੈ ਉਹਨਾਂ ਦੇ ਨਾਲ ਸੰਪਰਕ ਹੁੰਦਾ ਰਿਹਾ। ਪ੍ਰਿੰਸੀਪਲ ਸਾਹਿਬ, ਤੁਸੀਂ ਆਪਣਾ ਸਾਥੀ ਜੀ ਦੇ ਜੀਵਨ ਬਾਰੇ ਕਿੰਨਾ ਕੁ ਜਾਣਦੇ ਹੋ? ਜਿਹੜੀ ਉਹ ਖੋਜ ਕਰਦੇ ਸੀ ਉਹ ਕਿਸ ਤਰ੍ਹਾਂ ਦੇ ਤੌਰ ਤਰੀਕੇ ਵਰਤਦੇ ਸੀਗੇ, ਅਤੇ ਕੀ ਉਹ ਜਾਂ ਸਿਰਫ ਗੱਡੀਆਂ ਦੇ ਵਿੱਚ ਬੈਠ ਕੇ ਹੀ ਕੰਮ ਕਰਦੇ ਸੀ? ਸਾਥੀ ਸਾਹਿਬ ਦਾ ਦੂਜੇ ਇਤਿਹਾਸਕਾਰਾਂ ਦੇ ਮੁਕਾਬਲੇ 'ਤੇ ਖਾਸ ਕਰਕੇ ਉਹ ਲੋਕ ਜਿਹੜੇ ਘਰਾਂ ਦੇ ਵਿੱਚ ਬਹਿ ਕੇ ਏਸੀ ਦੇ ਥੱਲੇ ਬਹਿ ਕੇ ਇਤਿਹਾਸ ਲਿਖਦੇ ਨਹੀਂ, ਮੈਨੂੰ ਲੱਗਦਾ ਘੜਦੇ ਆ। ਉਹ ਘੜਨ ਵਾਲੇ ਇਤਿਹਾਸਕਾਰਾਂ ਵਰਗਾ ਇਤਿਹਾਸਕਾਰ ਸਾਥੀ ਨਹੀਂ ਸੀ। ਉਹਨਾਂ ਨੂੰ ਜਿੱਥੇ ਕਿਸੇ ਘਟਨਾ ਦਾ ਪਤਾ ਲੱਗਾ ਉੱਥੇ ਉਹਨਾਂ ਨੇ ਆਪ ਪਹੁੰਚ ਕੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਸਖਤ ਮਿਹਨਤ ਕਰਕੇ ਨਿਸ਼ਕਾਮ ਹੋ ਕੇ ਜਿੰਨੀ ਖੋਜ ਕੀਤੀ, ਭਾਵੇਂ ਮੈਂ ਨਾਲ ਨਹੀਂ ਗਿਆ ਕਿਸੇ ਸਥਾਨ 'ਤੇ, ਪਰ ਅੱਜ ਦੀ ਇਹ ਸਭ ਤੋਂ ਵੱਡੀ ਪ੍ਰਾਪਤੀ ਮੈਂ ਸਮਝਦਾ ਕਿ ਅੱਜ ਦੇ ਸੈਮੀਨਾਰ ਵਿੱਚ ਜਿਹੜੇ ਵਿਦਵਾਨ, ਜਿਹੜੇ ਉਹਨਾਂ ਦੇ ਸਾਥੀ, ਜਿਹੜੇ ਉਹਨਾਂ ਦੇ ਨਾਲ ਜਾਂਦੇ ਰਹੇ, ਕੀ ਵਾਪਰਿਆ ਉਹਨਾਂ ਦੇ ਨਾਲ, ਬਿਲਕੁਲ ਕਰਮ ਸਿੰਘ ਜੀ ਹਿਸਟੋਰੀਅਨ ਵਾਲੀ, ਜਿਵੇਂ ਉਹਨਾਂ ਨੇ ਖੋਜ ਜਦੋਂ ਸ਼ੁਰੂ ਕੀਤੀ ਸੀ ਐਦਾਂ ਦੇ ਧੱਕੇ ਵੀ ਖਾਣੇ ਪਏ ਕਈ ਜਗ੍ਹਾ ਉਹਨਾਂ ਨੂੰ ਬਹੁਤ ਸਖਤ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਉੱਦਾਂ ਹੀ ਸਾਥੀ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਇੱਕ ਪਲ ਜਿਹੜਾ ਸੀ ਸਿੱਖ ਇਤਿਹਾਸ ਨੂੰ ਸਮਰਪਿਤ ਕਰਕੇ, ਖਾਸ ਕਰਕੇ ਆ ਜਿਹੜੀ ਕਿਤਾਬ ਚਰਨ ਚਲੋਂ ਮਰ ਗੋਬਿੰਦ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 1700 ਸੰਨ ਤੋਂ ਬਾਅਦ ਉਹਨਾਂ ਦੇ 1708 ਅੰਤਲੇ ਸਮੇਂ ਤੱਕ ਲਿਖੀ ਉਹ ਕਿਤਾਬ ਪੜ੍ਹ ਕੇ ਪਤਾ ਲੱਗਦਾ ਹੈ ਕਿ ਕਿੰਨੀ ਸਖਤ ਮਿਹਨਤ ਕੀਤੀ ਹੈ ਸਰਦਾਰ ਸਾਥੀ ਸਾਹਿਬ ਨੇ। ਮੈਂ ਕਹਿੰਦਾ ਗੁਰੂ ਪਾਤਸ਼ਾਹ ਨੇ ਉਹਨਾਂ ਤੋਂ ਆਪ ਸੇਵਾ ਲਈ ਹੈ। ਪ੍ਰਿੰਸੀਪਲ ਸਾਹਿਬ, ਕੀ ਅੱਜ ਗੱਲ ਕੀਤੀ ਗਈ ਹੈ ਕਿ ਨਿਰੰਜਨ ਸਿੰਘ ਸਾਥੀ ਦੀ ਜਿਹੜੀ ਕਿਤਾਬ ਲਿਖੀ ਹੋਈ ਹੈ ਚਰਨ ਚਲੋ ਮਾਰਗ ਗੋਬਿੰਦ, ਉਸ ਨੂੰ ਅੱਗੇ ਵਧਾਇਆ ਜਾਵੇ? ਅੱਜ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਕਿਤਾਬਾਂ ਨਹੀਂ ਪੜ੍ਹਦੀ, ਉਹ ਕਿਤਾਬਾਂ ਤੋਂ ਬਹੁਤ ਦੂਰ ਚਲੀ ਗਈ ਹੈ, ਉਹਨਾਂ ਨੂੰ ਕਿਸ ਤਰ੍ਹਾਂ ਮੋੜਿਆ ਜਾਵੇਗਾ? ਦਰਅਸਲ ਸਾਨੂੰ ਗੁਰਬਾਣੀ ਵਿੱਚੋਂ ਵੀ ਸੇਧ ਮਿਲ ਜਾਂਦੀ ਹੈ ਅਤੇ ਸਾਡੇ ਬਜ਼ੁਰਗਾਂ ਨੇ, ਭਾਈ ਗੁਰਦਾਸ ਜੀ ਵਰਗਿਆਂ ਨੇ ਇਹ ਗੱਲ ਵਿਸ਼ੇਸ਼ ਤੌਰ 'ਤੇ ਲਿਖੀ ਹੈ ਕਿ ਸਿੱਖ ਬੀਤ ਚੁੱਕੇ ਦੀ ਚਿੰਤਾ ਨਹੀਂ ਕਰਦਾ, ਬੀਤ ਚੁੱਕੇ ਦਾ ਝੋਰਾ ਨਹੀਂ ਕਰਦਾ, ਪਛਤਾਵਾ ਨਹੀਂ ਕਰਦਾ ਅਤੇ ਆਉਣ ਵਾਲੇ ਭਵਿੱਖ ਦੀ ਚਿੰਤਾ ਨਹੀਂ ਕਰਦਾ। ਸਿੱਖ ਵਰਤਮਾਨ ਵਿੱਚ ਜਿਉਂਦਾ ਹੈ, ਵਰਤਮਾਨ ਵਿੱਚ ਵਰਤਦਾ, ਹੋਵਨਹਾਰ ਸੋਈ ਪ੍ਰਵਾਣਾ, ਜਾਂ ਗੁਰਮੁਖ ਬੰਸੀ ਗੁਰਮੁਖ ਸੁਖ ਭਲ ਸਹਿਜ ਘਰ, ਵਰਤਮਾਨ ਅੰਦਰ ਵਰਤੰਦਾ। ਵਰਤਮਾਨ ਵਿੱਚ ਹੀ ਅੱਗੇ ਪਤਾ ਨਹੀਂ ਕੀ ਹੈ, ਕੀ ਬਣਨਾ ਹੈ। ਅੱਜ ਦੇ ਜ਼ਮਾਨੇ ਦੇ ਵਿੱਚ ਆਪਣੀ ਔਲਾਦ ਨੂੰ, ਆਪਣੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਈਏ ਅਤੇ ਆਪਣੇ ਪ੍ਰਚਾਰ ਦੇ ਖੋਜ ਦੇ ਸਾਧਨ ਵੀ ਜਿਹੜੇ ਹੈ ਉਹਨਾਂ ਤੱਕ ਇਹ ਖੋਜ ਭਰਪੂਰ ਪੁਸਤਕਾਂ ਪਹੁੰਚਾਉਣ ਦੇ ਲਈ ਵਰਤਮਾਨ ਦੇ ਵਿੱਚ ਸਾਨੂੰ ਸੋਸ਼ਲ ਮੀਡੀਆ ਨੂੰ, ਜਾਂ ਜੋ ਵਰਤਮਾਨ ਦੇ ਵਿੱਚ ਕੰਪਿਊਟਰ ਦਾ ਜ਼ਮਾਨਾ ਹੈ, ਉਹਦੇ ਯੋਗ ਬੱਚਿਆਂ ਨੂੰ ਬਣਾ ਕੇ ਅਤੇ ਆਪਣਾ ਵਿਰਸਾ ਜਿਹੜਾ ਉਸੇ ਰਾਹੀਂ ਪ੍ਰਚਾਰਨ ਦੀ ਕੋਸ਼ਿਸ਼ ਕਰੀਏ ਤਾਂ ਆਉਣ ਵਾਲੀ ਪਨੀਰੀ ਜਿਹੜੀ ਆਪਣੇ ਵਿਰਸੇ ਨਾਲ ਜੁੜੇ ਰਹੇ। ਪ੍ਰਿੰਸੀਪਲ ਸਾਹਿਬ, ਇੱਕ ਬੜਾ ਵੱਡਾ ਸਵਾਲ ਖੜਾ ਹੋ ਜਾਂਦਾ ਇੱਥੇ ਆ ਕੇ, ਜਦੋਂ ਅਸੀਂ ਸਿੱਖੀ ਸਿਧਾਂਤਾਂ ਦੀ ਗੱਲ ਕਰਦੇ ਹਾਂ। ਅੱਜ ਬਹੁਤ ਨੌਜਵਾਨ ਨੇ ਜਿਹੜੇ ਕਿ ਸਿੱਖ ਇਤਿਹਾਸ ਦੀ ਗੱਲ ਕਰਦੇ ਨੇ, ਗੁਰੂ ਸਾਹਿਬਾਨ ਦੀ ਗੱਲ ਕਰਦੇ ਨੇ, ਕੌਮੀ ਯੋਧਿਆਂ ਦੀ ਗੱਲ ਕਰਦੇ ਨੇ, ਪਰ ਉਹ ਸਿੱਖੀ ਸਰੂਪ ਤੋਂ ਬੜੀ ਦੂਰ ਚਲੇ ਗਏ ਨੇ, ਬਹੁਤ ਦੂਰ ਜਾਈ ਜਾ ਰਹੇ ਨੇ। ਕੀ ਗੱਲ ਉਹਨਾਂ ਨੂੰ ਨਿਰੰਜਨ ਸਿੰਘ ਸਾਥੀ ਵਰਗਿਆਂ ਦਾ, ਜਾਂ ਗਿਆਨੀ ਦਿੱਤ ਸਿੰਘ ਵਰਗਿਆਂ ਦਾ, ਜਾਂ ਹੋਰ ਜਿਹੜੇ ਸਾਡੇ ਕੌਮੀ ਯੋਧੇ, ਕੌਮੀ ਲੇਖਕ ਹੋਏ ਨੇ, ਉਹਨਾਂ ਦੇ ਚਿਹਰੇ ਜਾਂ ਉਹਨਾਂ ਦੇ ਜੀਵਨ ਨਹੀਂ ਨਜ਼ਰ ਆਉਂਦੇ? ਤੁਹਾਡੀ ਗੱਲ ਬਿਲਕੁਲ ਠੀਕ ਹੈ। ਦਰਅਸਲ ਮੈਂ ਸਮਝਦਾ ਬਈ ਆਉਣ ਵਾਲੀ ਸਿੱਖ ਪਨੀਰੀ ਜਿਹੜੀ ਹੈ ਨਾ, ਉਹ ਜਿਹੜੇ ਸਾਡੇ ਪਹਿਲੇ 3 ਸਕੂਲ ਸੀ ਉਹਨਾਂ ਦੇ ਵਿੱਚ ਹੀ ਉਹਨਾਂ ਨੂੰ ਟ੍ਰੇਨਿੰਗ ਨਹੀਂ ਮਿਲ ਰਹੀ। ਮੇਰੇ ਕਹਿਣ ਦਾ ਮਤਲਬ, ਮਾਤਾ ਦੀ ਗੋਦੀ ਬੱਚੇ ਦਾ ਪਹਿਲਾ ਸਕੂਲ ਹੁੰਦਾ ਹੈ। ਪੁਰਾਤਨ ਸਮੇਂ ਦਾਦੀਆਂ, ਨਾਨੀਆਂ, ਮਾਤਾਵਾਂ ਬੱਚਿਆਂ ਨੂੰ ਸਿੱਖੀ ਸਿਧਾਂਤਾਂ ਤੋਂ ਜਾਣੂ ਕਰਵਾਉਣ ਲਈ ਸਾਖੀਆਂ ਦਾ ਸਹਾਰਾ ਲੈਂਦੀਆਂ ਸਨ, ਅਤੇ ਅੱਜ ਸਾਡੀ ਇਹ ਬਦਕਿਸਮਤੀ ਹੈ ਕਿ ਸਾਡਾ ਪਹਿਲਾ ਸਕੂਲ ਜਿਹੜਾ ਬੱਚੇ ਦੀ, ਮਾਤਾ ਦੀ ਗੋਦੀ ਬੱਚੇ ਦਾ ਪਹਿਲਾ ਸਕੂਲ ਹੁੰਦਾ ਹੈ, ਉਹ ਮਾਤਾ ਦੀ ਗੋਦੀ ਹੋਈ ਸਿੱਖਣੀ ਹੈ, ਕਿਉਂਕਿ ਮਾਤਾ ਪਿਤਾ ਆਪ ਸਿੱਖੀ ਤੋਂ ਅਣਜਾਣ ਨੇ। ਹੁਣ ਜਿਨ੍ਹਾਂ ਨੂੰ ਸਾਥੀ ਸਾਹਿਬ ਵਰਗਿਆਂ ਨੂੰ, ਗਿਆਨੀ ਦਿੱਤ ਸਿੰਘ ਜੀ, ਗਿਆਨੀ ਗੁਰਦਿੱਤ ਸਿੰਘ ਜੀ, ਪ੍ਰੋਫੈਸਰ ਗੁਰਮੁਖ ਸਿੰਘ ਜੀ, ਜੋ ਸੇਧ ਉਹਨਾਂ ਨੂੰ ਮਾਤਾ ਦੀਆਂ ਗੋਦੀਆਂ ਵਿੱਚ ਬਹਿ ਕੇ ਮਿਲੀ ਸੀ, ਜਾਂ ਇਤਿਹਾਸ ਦੇ ਵਿੱਚ ਵੀ
ਤਰੂਪ ਰੈਲਾਦ ਵਰਗੀਆਂ ਦੀਆਂ ਸਾਖੀਆਂ ਆਉਂਦੀਆਂ। ਛੋਟੇ ਤੇ ਵੱਡੇ ਸਾਹਿਬਜ਼ਾਦੇ ਇੰਨੀ ਦ੍ਰਿੜਤਾ ਦੇ ਨਾਲ ਕਿਵੇਂ ਸਫਲ ਹੋ ਗਏ, ਉਹ ਦਾਦੀ ਮਾਤਾ ਗੁਜਰੀ ਜੀ ਦੀ ਦੇਣ ਸੀ। ਤੇ ਜੇ ਅੱਜ ਸਾਡੀਆਂ ਮਾਤਾਵਾਂ ਅੱਜ ਹਨ ਬੱਚੇ ਹਜ਼ਾਰਾਂ ਨਹੀਂ, ਮੈਂ ਕਹਿੰਦਾ ਲੱਖਾਂ ਦੀ ਗਿਣਤੀ ਵਿੱਚ ਜਿਹੜੀਆਂ ਬੀਬੀਆਂ ਆਪ ਸਿੱਖੀ ਵਿੱਚ ਪਰਪੱਕ ਹਨ, ਆਪ ਸਿੱਖੀ ਸਰੂਪ ਵਿੱਚ ਪਰਪੱਕ ਹਨ, ਅੱਗੇ ਬਚਪਨ ਵਿੱਚ ਬੱਚੇ ਹੋਣੇ ਹੀ ਉਹਨਾਂ ਦੇ ਦਮਾਲੇ ਸਜਾਉਣ ਲੱਗ ਪਏ ਵਿੱਚ ਛੋਟੇ ਛੋਟੇ ਰੂਪ ਦੇ ਵਿੱਚ। ਔਰ ਕਈ ਬਾਣੀਆਂ ਕੰਠ, ਮੈਂ ਤਾਂ ਐਸੇ ਵੀ ਬੱਚੇ ਵੀ ਬਾਬਾ ਗੁਰੂ ਇਕਬਾਲ ਸਿੰਘ, ਬੀਬੀ ਕੋਲਾਂ ਜੀ ਵਾਲੇ, ਉਹਨਾਂ ਦੀ ਉੱਦਮ ਬਹੁਤ ਸੋਹਣਾ ਸੀ। ਹੋਰ ਸੰਸਥਾਵਾਂ ਲੱਗੀਆਂ ਹੋਈਆਂ ਨੇ ਵੀ 65 ਬਾਣੀਆਂ ਯਾਦ ਕਰਕੇ ਵੀ ਬੱਚੇ ਬੈਠੇ ਹੋਏ ਨੇ, ਪੂਰੇ ਸਿੱਖੀ ਸਰੂਪ ਸਿੱਖੀ ਬਾਣੀ ਦੇ ਵਿੱਚ ਹਨ। ਸੋ ਮਾਤਾ ਪਿਤਾ ਨੂੰ ਪਹਿਲਾਂ ਸੁਚੇਤ ਹੋਣਾ ਪਵੇਗਾ ਕਿ ਉਹ ਬੱਚਿਆਂ ਵਿੱਚ ਪਰਪੱਕਤਾ ਪੈਦਾ ਕਰਨ ਸਿੱਖੀ ਸਿਧਾਂਤਾਂ ਦੇ ਪ੍ਰਤੀ। ਫਿਰ ਦੂਜੇ ਨੰਬਰ 'ਤੇ ਸਾਡੇ ਸਕੂਲ ਆ ਜਾਂਦੇ ਨੇ। ਸਕੂਲ ਅਸੀਂ ਖੋਲ੍ਹ ਲਏ, ਪਰ ਜਿਨ੍ਹਾਂ ਦੀ ਨਕਲ ਕਰਕੇ ਅਸੀਂ ਸਕੂਲ ਖੋਲ੍ਹੇ ਨੇ, ਹਸਪਤਾਲ ਖੋਲ੍ਹੇ ਨੇ, ਉਹਨਾਂ ਦੀ ਮੁੱਢਲੀ ਗੱਲ ਨੂੰ ਅਸੀਂ ਸਮਝ ਨਹੀਂ ਸਕੇ। ਉਹਨਾਂ ਨੇ ਪਹਿਲਾਂ ਪ੍ਰਚਾਰਕ ਪੈਦਾ ਕੀਤੇ, ਬਾਅਦ ਵਿੱਚ ਪ੍ਰੋਫੈਸਰਾਂ ਦੀ ਲੋੜ, ਟੀਚਰਾਂ ਦੀ ਲੋੜ ਜਾਂ ਡਾਕਟਰਾਂ ਦੀ ਲੋੜ ਮਹਿਸੂਸ ਕੀਤੀ। ਸਾਡੀ ਇਹ ਬਦਕਿਸਮਤੀ ਹੈ ਕਿ ਘਰ ਦੇ ਵਿੱਚ ਪਹਿਲਾਂ ਸਿੱਖੀ ਸਿਧਾਂਤ ਦ੍ਰਿੜ ਕਰਵਾਉਣ ਵਾਲੇ ਕੋਈ ਪ੍ਰਚਾਰਕ ਅਦਾਰੇ ਵੀ ਹੋਣੇ ਚਾਹੀਦੇ। ਉਹ ਲੋਕ 14 ਸਾਲ ਦਾ ਸਮਾਂ ਲਾ ਕੇ ਆਪਣੇ ਪ੍ਰਚਾਰਕ ਤਿਆਰ ਕਰਦੇ ਨੇ, 8 ਸਾਲ ਦਾ ਸਮਾਂ ਲਾ ਕੇ, 5 ਸਾਲ ਦਾ ਸਮਾਂ ਲਾ ਕੇ। ਪਰ ਅਸੀਂ ਜੈਸੇ ਧਰਤੀ ਸਾਧੇ ਬਹੁਵਿਧ ਬਿਨ ਬੀਜੇ ਨਹੀਂ ਜੰਮੇ, ਧਰਤੀ ਨੂੰ ਸਾਧ ਤਾਂ ਲੈਂਦੇ ਹਾਂ, ਆਲੇ ਦੁਆਲੇ ਵਾੜ ਵੀ ਕਰ ਦਿੰਦੇ ਆ, ਖਾਦਾਂ ਵੀ ਲਾਈ ਜਾਂਦੇ ਆ, ਪਰ ਬੀਜ ਪਾਉਣ ਦੀ ਗੱਲ ਹੀ ਚੇਤਾ ਭੁਲਾ ਦਿੰਦੇ ਆ। ਪਹਿਲਾਂ ਪ੍ਰਚਾਰਕ ਪੈਦਾ ਕੀਤੇ ਜਾਣ ਜਿਹੜੇ ਘਰ ਜਾ ਕੇ ਸਿੱਖੀ ਦੀ ਲਹਿਰ ਨੂੰ ਚਲਾਉਣ, ਅਤੇ ਆਪਣੇ ਆਪ ਸਾਡੇ ਆਉਣ ਵਾਲੇ ਬੱਚੇ ਜਿਹੜੇ ਆ ਉਹ ਸਿੱਖੀ ਸਰੂਪ ਵਿੱਚ ਵੀ, ਸਿੱਖੀ ਜੀਵਨ ਵਿੱਚ ਵੀ, ਸਿੱਖੀ ਜੀਵਨ ਜੁਗਤ ਵਿੱਚ ਵੀ ਪਰਪੱਕ ਹੋਣ। ਪ੍ਰਿੰਸੀਪਲ ਸਾਹਿਬ, ਆਖਰੀ ਸਵਾਲ ਹੈ, ਕਿਉਂਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਹੋ, ਅਤੇ ਇਸ ਲਈ ਆਮ ਗੱਲ ਚੱਲ ਰਹੀ ਹੈ ਇਸ ਟਾਈਮ ਜਿਹੜੀ ਆ ਕਿ ਬਹੁਤ ਦੁਵਿਧਾ ਪਈ ਹੋਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਲਗਾਤਾਰ ਬੇਅਦਬੀਆਂ ਹੋ ਰਹੀਆਂ ਨੇ, ਅਤੇ ਜਿਹੜਾ 328 ਸਰੂਪਾਂ ਦਾ ਮਾਮਲਾ ਆ ਉਹ ਵੀ ਹਜੇ ਤੱਕ ਕਿਸੇ ਸਿਰੇ ਨਹੀਂ ਲੱਗ ਰਿਹਾ, ਉਹਦਾ ਵੀ ਕੋਈ ਹੱਲ ਨਹੀਂ ਹੋ ਰਿਹਾ। ਇਸੇ ਤਰ੍ਹਾਂ ਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਗੱਲ ਕਰੀਏ, ਉਹਦੇ ਵੱਲੋਂ ਵੀ ਕੁਝ ਕਿਤਾਬਾਂ ਨੂੰ ਮਾਨਤਾ ਦਿੱਤੀ ਗਈ ਸੀ, ਜਿਹੜੇ ਕਿ ਕੁਝ ਲੇਖਕਾਂ ਵੱਲੋਂ ਗੁਰੂ ਸਾਹਿਬਾਨ ਬਾਰੇ +2 ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਬਹੁਤ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਅਤੇ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਿਹਦੇ ਵਿੱਚ ਤੁਹਾਡੇ ਵਰਗੇ ਪੜ੍ਹੇ ਲਿਖੇ ਸਿਆਣੇ ਸੁਲਝੇ ਹੋਏ ਲੋਕ ਨੇ, ਫਿਰ ਵੀ ਉਹ ਕਿਉਂ ਨਹੀਂ ਇਹਦਾ ਹੱਲ ਕਰ ਸਕਦੀ? ਕੀ ਕਾਰਨ ਹੈ? ਕੀ ਐਸੀ ਦੁਵਿਧਾ ਪਈ ਹੋਈ ਹੈ ਕਿ ਜਿਹੜੀ ਸ਼੍ਰੋਮਣੀ ਕਮੇਟੀ ਨੂੰ ਜਿਹੜਾ ਕਿ ਇੱਕ ਪਰਿਵਾਰ ਦੇ ਨਾਲ ਬੱਝੀ ਹੋਈ ਕਿਹਾ ਜਾਂਦਾ ਹੈ? ਦਰਅਸਲ ਮੈਂ ਸਮਝਦਾ ਉਤਨੀ ਗੱਲ ਹੁੰਦੀ ਨਹੀਂ ਹੈ ਜਿਤਨੀ ਸੋਸ਼ਲ ਮੀਡੀਆ ਦੇ ਰਾਹੀਂ ਕੁਝ ਸਿਆਸੀ ਕਾਰਨਾਂ ਕਰਕੇ, ਕੋਈ ਨਿੱਜ ਭੇਦ ਹੋਣ ਕਰਕੇ, ਕਿਸੇ ਵਿਅਕਤੀ ਨਾਲ, ਕਿਸੇ ਪਰਿਵਾਰ ਨਾਲ ਵਿਰੋਧ ਹੋਣ ਕਰਕੇ ਹੀ ਮੈਨੂੰ ਲੱਗਦਾ ਕਿ ਨਿਸ਼ਾਨਾ ਕਿਤੇ ਉੱਧਰ ਲਾਉਣਾ ਚਾਹੁੰਦੇ ਨੇ, ਪਰ ਨਿਸ਼ਾਨਾ ਆਪਣਾ ਸ਼੍ਰੋਮਣੀ ਕਮੇਟੀ ਨੂੰ ਬਣਾ ਲੈਂਦੇ ਨੇ। ਸ਼੍ਰੋਮਣੀ ਕਮੇਟੀ ਸਿਰ ਤੋੜ ਯਤਨ ਕਰ ਰਹੀ ਹੈ, ਇਸ ਗੱਲ ਤੋਂ ਇਨਕਾਰ ਹੀ ਨਹੀਂ ਹੋਇਆ ਜਾ ਸਕਦਾ ਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਕੇਵਲ ਗੁਰੂ ਅਤੇ ਪਰਮੇਸ਼ਰ ਹੈ ਜਿਹੜਾ ਕਦੇ ਕੋਈ ਗਲਤੀ ਨਹੀਂ ਕਰਦਾ, ਕਦੇ ਭੁੱਲਦਾ ਨਹੀਂ। ਅਤੇ ਅਸੀਂ 5% ਤੱਕ ਮੰਨ ਲਈਏ ਵੀ ਸਾਡੇ ਆਗੂਆਂ ਦੀ ਗਲਤੀ ਹੈਗੀ ਹੈ, ਅਤੇ 95% ਜਿਹੜੀਆਂ ਚੰਗੀਆਂ ਗੱਲਾਂ ਹੈ, ਚੰਗੇ ਗੁਣ ਹੈ, ਅਸੀਂ ਉਹਨਾਂ ਦੀ ਸਾਂਝ ਕਰਨ ਵਾਸਤੇ ਕੋਈ ਵੀ ਤਿਆਰ ਨਹੀਂ ਹੈ। ਜਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਅਸੀਂ ਸਾਂਝ ਕਰੀਜੇ ਗੁਣਾ ਕੇਰੀ, ਛੋੜ ਅਵਗੁਣ ਚਲੀਏ, ਪਹਿਰੇ ਪਟੰਬਰ ਕਰ ਅਡੰਬਰ, ਆਪਣਾ ਪਿੜ ਮੱਲੀਏ, ਜਿੱਥੇ ਜਾਏ ਵੇਈਏ ਭਲਾ ਕਹੀਏ, ਝੋਲੇ ਅੰਮ੍ਰਿਤ ਪੀਜੈ, ਗੁਣਾ ਕਾ ਹੋਵੇ ਵਾਸਲਾ, ਵੱਡ ਕੱਢ ਵਾਸ ਲਈ ਜੈ। ਅਤੇ ਉਹ ਗੁਣਾਂ ਦੀ ਸਾਂਝ ਕਰਨ ਦੀ ਬਜਾਏ ਅਸੀਂ ਔਗੁਣ ਜ਼ਿਆਦਾ ਚਿਤਾਰਦੇ ਹਾਂ। ਜਾਂ ਕਿ ਗੁਰੂ ਪਾਤਸ਼ਾਹ ਨੇ ਕਿਹਾ ਸੀ, ਪੰਥਕ ਏਕਤਾ ਨੂੰ ਕਾਇਮ ਰੱਖਣ ਵਾਸਤੇ ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ। ਗਲਤੀਆਂ ਹੁੰਦੀਆਂ ਨੇ, ਉਹਨਾਂ ਗਲਤੀਆਂ ਨੂੰ ਪਰਿਵਾਰ ਵਿੱਚ ਹੀ ਨਜਿੱਠਿਆ ਜਾਂਦਾ ਹੈ। ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪਰਿਵਾਰ ਹੈ, ਜਿਹਦੇ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ ਦੇ ਜਨਮ ਕੇਸਗੜ੍ਹ ਦਾ ਹੈ। ਅਤੇ ਜਿੱਦਣ ਇਹ ਅਹਿਸਾਸ ਹੋ ਗਿਆ ਕਿ ਅਸੀਂ ਏਕ ਪਿਤਾ ਏਕ ਸਕੇ ਹਮ ਬਾਰਕਾਂ, ਆਪਣੀਆਂ ਨਿੱਜੀ ਲੜਾਈਆਂ ਛੱਡ ਕੇ ਜਦੋਂ ਅਸੀਂ ਪਿੱਛੇ ਹਟ ਜਾਵਾਂਗੇ ਨਾ, ਕੇਵਲ ਪੰਥ ਦੀ ਭਲਾਈ ਵਾਸਤੇ ਅੱਗੇ ਵਧਾਂਗੇ, ਅਤੇ ਸਾਰੀਆਂ ਸੰਸਥਾਵਾਂ, ਸਾਰੀਆਂ ਸੰਪਰਦਾਵਾਂ, ਸਾਰੀਆਂ ਜਥੇਬੰਦੀਆਂ ਇੱਕ ਮੰਚ 'ਤੇ ਬੈਠ ਸਕਣਗੀਆਂ। ਪਰ ਇਸ ਵੇਲੇ ਨਿੱਜ ਹਉਮੈ ਨੇ, ਸਾਡੀ ਆਪਣੀ ਆਪਣੀ ਹਉਮੈ ਨੇ ਸਾਰਾ ਕੰਮ ਵਿਗਾੜਿਆ ਹੋਇਆ। ਜਿੱਥੋਂ ਤੱਕ 328 ਸਰੂਪਾਂ ਦਾ ਬੜੀ ਸੁਹਿਰਦਤਾ ਦੇ ਨਾਲ, ਬੜੇ ਹੀ ਸਾਫ਼ ਨੇਕ ਨੀਤੀ ਦੇ ਨਾਲ ਸਰਦਾਰ ਹਰਜਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਅਤੇ ਸਮੁੱਚੀ ਐਗਜ਼ੈਕਟਿਵ ਕਮੇਟੀ ਇਸ ਮਸਲੇ 'ਤੇ ਲੱਗੀ ਹੋਈ ਹੈ। ਮੈਨੂੰ ਆਸ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਕੁਛ ਨਾ ਕੁਛ ਸਤਿਗੁਰੂ ਦੀ ਕਿਰਪਾ ਹੋਏਗੀ। 328 ਸਰੂਪ ਜਿਵੇਂ ਸਰਦਾਰ ਬਾਜ ਸਿੰਘ ਨੇ ਆਪਣੀ ਇੰਟਰਵਿਊ 'ਚ ਦੱਸਿਆ ਸੀ, ਕਿਤੇ ਨਹੀਂ ਗਏ,
ਹੈ ਉੱਥੇ ਹੀ, ਪਰ ਕੁਝ ਬੰਦਿਆਂ ਦੇ ਨਿੱਜੀ ਲਾਲਚ ਨੇ ਸਾਰੀ ਇਹ ਪਸੂੜੀ ਖੜੇ ਕਰ ਦਿੱਤੀ ਹੈ। ਤੇ ਇੱਕਦਮ ਸੋਸ਼ਲ ਮੀਡੀਆ ਹੋਣ ਕਰਕੇ ਉਹ ਸ਼੍ਰੋਮਣੀ ਕਮੇਟੀ ਦੇ ਉੱਤੇ ਹੀ ਸਾਰੇ ਗੋਲਾਬਾਰੀ ਹੋ ਰਹੀ ਹੈ। ਵੈਸੇ ਇੰਨੀਆਂ ਖਾਮੀਆਂ ਹੈ ਨਹੀਂ ਸੀ, ਹੈ ਸਭ ਕੁਝ ਘਰ ਵਿੱਚ ਹੀ ਹੈ, ਪਰ ਇੱਕ ਦੁਬਿਧਾ ਜਿਹੀ ਐਸੀ ਪੈਦਾ ਕੀਤੀ ਜਾ ਰਹੀ ਵੀ ਬੋਲਣ ਵਾਲੇ ਸਰਬਰ ਪੰਖੀ ਹੇਕੜੋ ਫਾਹੀਵਾਲ 50, ਜਿਹਦੇ ਕਰਕੇ ਸਾਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇ ਵੈਸੇ ਸਾਰੇ ਹੀ ਪੰਥ ਦੀ ਚੜ੍ਹਦੀ ਕਲਾ ਚਾਹੁੰਦੇ ਨੇ, ਭਾਵੇਂ ਉਹ ਵਿਰੋਧ ਵਿੱਚ ਬੈਠੇ ਨੇ, ਭਾਵੇਂ ਪੱਖ 'ਚ ਬੈਠੇ ਨੇ। ਜੇ ਥੋੜ੍ਹਾ ਨਿੱਜਵਾਦ ਤੋਂ ਉੱਪਰ ਉੱਠ ਜਾਈਏ ਤਾਂ ਸਮੱਸਿਆਵਾਂ ਹੱਲ ਹੋ ਸਕਦੀਆਂ। ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਕਿ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ। ਸੋ ਪ੍ਰਿੰਸੀਪਲ ਸਾਹਿਬ ਨੇ ਗੱਲ ਕਲੀਅਰ ਕਰ ਦਿੱਤੀ ਹੈ ਕਿ ਨਿਰੰਜਨ ਸਿੰਘ ਸਾਥੀ ਦਾ ਜੀਵਨ ਬਹੁਤ ਪਾਕ ਸੀ, ਬਹੁਤ ਪਵਿੱਤਰ ਸੀ ਔਰ ਬਹੁਤ ਮਿਹਨਤੀ ਸੀਗੇ। ਉਹ ਹਰ ਇਤਿਹਾਸ ਨੂੰ ਜਾਣਨ ਲਈ ਉਹਦੀ ਜੜ ਤੱਕ ਜਾਂਦੇ ਸੀਗੇ, ਜਿਹੜੇ ਪੱਕੇ ਸਿਰੜੀ ਸਨ। ਸੋ ਅੱਜ ਦੀ ਨੌਜਵਾਨੀ ਨੂੰ ਵੀ ਇਹੋ ਜਿਹੇ ਲੇਖਕਾਂ ਤੋਂ, ਇਹੋ ਜਿਹੇ ਖੋਜੀਆਂ ਤੋਂ ਜਿਹੜੀ ਹੈ ਕਿ ਸੇਧ ਲੈਣੀ ਚਾਹੀਦੀ ਹੈ। ਅਤੇ ਦੂਜੇ ਗੱਲ ਕਿ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹ ਵੀ ਗੱਲ ਕਰ ਦਿੱਤੀ ਹੈ ਕਿ ਜਿੱਥੇ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਜਿਹੜੇ ਆ ਕਿ ਗਾਇਬ ਹੋਣ ਦਾ ਮਾਮਲਾ ਹੈ, ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਸਾਰਿਆਂ ਨੂੰ ਉਹਦੀ ਭਾਲ ਕਰਨੀ ਚਾਹੀਦੀ ਹੈ। ਸਾਨੂੰ ਜਿਹੜਾ ਕਿ ਉਹਦੇ 'ਤੇ ਕੰਮ ਕਰਨਾ ਚਾਹੀਦਾ ਹੈ ਕਿ ਨਾ ਕਿ ਇੱਕ ਦੂਜੇ ਦੇ ਚਿੱਕੜ ਉਛਾਲਣਾ ਚਾਹੀਦਾ। ਅਤੇ ਜਲਦੀ ਹੀ ਕੋਈ ਨਾ ਕੋਈ ਨਤੀਜਾ ਜਿਹੜਾ ਕਿ ਸਾਹਮਣੇ ਜ਼ਰੂਰ ਆਵੇਗਾ ਕਿ ਜਿਹਦੇ ਨਾਲ 328 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਦਾ ਗਾਇਬ ਹੋਣ ਦਾ ਮਾਮਲਾ ਸੁਲਝ ਜਾਵੇਗਾ। ਸੋ ਜੁੜੇ ਰਹੋ। ਮੇਜਰ ਸਿੰਘ ਪੰਜਾਬੀ, ਕੈਮਰਾਮੈਨ ਜਗਤਾਰ ਸਿੰਘ।